ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ। ਆਓ ਸਾਧ ਸੰਗਤ ਜੀਓ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਵਿਸ਼ੇਸ਼ ਘਟਨਾਵਾਂ ਅਤੇ ਸਿੱਖਿਆਵਾਂ ਸੰਬੰਧੀ ਵਿਚਾਰਾਂ ਦੀ ਸਾਂਝ ਪਾਵਾਂਗੇ। 8ਵੇਂ ਪਾਤਸ਼ਾਹ ਨੂੰ ਬਾਲਾ ਪ੍ਰੀਤਮ ਕਿਹਾ ਜਾਂਦਾ ਹੈ। ਬਾਲਾ ਪ੍ਰੀਤਮ ਦਾ ਕੀ ਅਰਥ ਹੈ? ਜਦੋਂ ਗੁਰੂ ਸਾਹਿਬ ਜੀ ਨੂੰ ਅਸੀਂ ਤਨ ਕਰਕੇ, ਸਰੀਰ ਕਰਕੇ ਜਾਂ ਉਮਰ ਕਰਕੇ ਵੇਖਦੇ ਹਾਂ ਤਾਂ ਉਹ ਬਾਲ ਹਨ, ਪਰ ਜਦੋਂ ਉਹਨਾਂ ਦੀ ਅਧਿਆਤਮਿਕ ਸ਼ਕਤੀ ਦੇ ਦਰਸ਼ਨ ਹੁੰਦੇ ਹਨ, ਉਹਨਾਂ ਦੇ ਬੌਧਿਕ ਲੈਵਲ ਦੇ ਦਰਸ਼ਨ ਹੁੰਦੇ ਹਨ, ਉਹਨਾਂ ਦੇ ਅਧਿਆਤਮਿਕ ਗਿਆਨ ਦੇ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ, ਤਾਂ ਉਹ ਸਾਨੂੰ ਅਕਾਲ ਪੁਰਖ ਪ੍ਰੀਤਮ ਦਾ ਰੂਪ ਨਜ਼ਰ ਆਉਂਦੇ ਹਨ। ਇੰਜ ਕਹਿ ਸਕਦੇ ਹਾਂ, ਤਨ ਕਰਕੇ ਉਹ ਬਾਲ ਹਨ, ਪਰ ਮਨ ਅਤੇ ਜੋਤ ਕਰਕੇ ਉਹ ਪ੍ਰੀਤਮ ਹਨ। 8ਵੇਂ ਪਾਤਸ਼ਾਹ ਨੇ ਨਿੱਕੀ ਉਮਰ ਦੇ ਵਿੱਚ ਬਹੁਤ ਹੀ ਵੱਡੇ ਪੂਰਨੇ ਪਾ ਕੇ ਸੰਸਾਰ ਨੂੰ ਇੱਕ ਨਵੀਂ ਸੇਧ ਬਖਸ਼ਿਸ਼ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਸਾਧ ਸੰਗਤ ਬਚਪਨ ਨੂੰ ਬਹੁਤ ਵੱਡੀ ਮਹਾਨਤਾ ਦਿਵਾ ਰਿਹਾ ਹੈ। ਆਮ ਤੌਰ ਤੇ ਸੰਸਾਰ ਅੰਦਰ, ਖਾਸ ਤੌਰ ਤੇ ਸਾਡੇ ਭਾਰਤ ਦੇਸ਼ ਅੰਦਰ ਇੱਕ ਵਿਚਾਰ ਪ੍ਰਚਲਿਤ ਰਹੀ ਹੈ ਕਿ ਨਿੱਕੀ ਉਮਰ ਦਾ ਬੱਚਾ ਕਦੀ ਵੀ ਕਿਸੇ ਪੱਖ ਤੋਂ ਅਗਵਾਈ ਨਹੀਂ ਕਰ ਸਕਦਾ। ਅਗਰ ਕਿਸੇ ਨੇ ਸਮਾਜਿਕ, ਧਾਰਮਿਕ ਜਾਂ ਰਾਜਨੀਤਿਕ ਪੱਖ ਤੋਂ ਅਗਵਾਈ ਕਰਨੀ ਹੈ ਤਾਂ ਉਸ ਦੀ ਉਮਰ ਘੱਟੋ ਘੱਟ 35 ਸਾਲ ਚਾਹੀਦੀ ਹੈ। ਪਰ ਕਮਾਲ ਕਰ ਦਿੱਤੀ ਗੁਰੂ ਨਾਨਕ ਸਾਹਿਬ ਦੇ ਘਰ ਨੇ, ਹੋਰਿਓਂ ਗੰਗ ਵਹਾਈ ਹੈ ਦੁਨਿਆਈ ਆਖੈ ਕਿ ਕਿਉਂ। ਇੱਕ ਨਵੀਂ ਗੰਗਾ ਵਹਾ ਦੇਣੀ, ਉਲਟੀ ਗੰਗਾ ਵਹਾ ਦੇਣੀ, ਦੁਨੀਆ ਤੋਂ ਅਲੱਗ ਕਰਮ ਕਰਕੇ ਵਿਖਾ ਦੇਣਾ, ਜਿਸ ਨੂੰ ਦੁਨੀਆ ਕਰ ਨਹੀਂ ਸਕਦੀ, ਜਿਸ ਨੂੰ ਦੁਨੀਆ ਮੰਨ ਨਹੀਂ ਸਕਦੀ, ਜਿਸ ਨੂੰ ਸੰਸਾਰ ਸਮਝ ਨਹੀਂ ਸਕਦਾ, ਜਿਸ ਨੂੰ ਕਰਨ ਤੋਂ ਦੁਨੀਆ ਡਰੇ, ਉਹ ਕਰਮ ਗੁਰੂ ਨਾਨਕ ਦੇ ਘਰ ਵਿੱਚ ਹੋਇਆ। ਇਹਨੂੰ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। 5.25 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਜਾਂਦੇ ਨੇ, ਜਦ ਕਿ ਆਮ ਤੌਰ ਤੇ 12 ਸਾਲ ਦੀ ਉਮਰ ਤੱਕ ਬਚਪਨ ਮੰਨਿਆ ਜਾਂਦਾ ਹੈ। ਤੇ ਗੁਰੂ ਘਰ ਦੇ ਅੰਦਰ ਉਹ ਇਸੇ ਕਰਕੇ ਬਾਲਾ ਪ੍ਰੀਤਮ ਕਹਾਏ ਕਿ ਨਿੱਕੀ ਉਮਰ ਦੇ ਵਿੱਚ ਉਹਨਾਂ ਨੇ ਔਰੰਗਜ਼ੇਬ ਵਰਗੇ 90 ਸਾਲ ਦੀ ਵੱਡੀ ਉਮਰ ਦੇ ਬਾਦਸ਼ਾਹਾਂ ਨੂੰ ਵੀ ਪੜ੍ਹਨੇ ਪਾ ਦਿੱਤਾ ਹੈ। ਐਸੇ ਮਹਾਨ ਦੀਨ ਦਿਆਲ ਸਤਿਗੁਰੂ, ਜਿਨ੍ਹਾਂ ਦੇ ਬਾਬਤ ਧੰਨ ਗੁਰੂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਆਖੇ ਹਨ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਐਸੇ ਦੀਨ ਦਿਆਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 7 ਜੁਲਾਈ ਸਨ 1656 ਈਸਵੀ ਨੂੰ ਕੀਰਤਪੁਰ ਸਾਹਿਬ ਸ਼ੀਸ਼ ਮਹਲ ਦੇ ਅੰਦਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਪਿਤਾ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗ੍ਰਹਿ ਅਸਥਾਨ ਵਿਖੇ ਹੋਇਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਵੱਡੇ ਇੱਕ ਭਰਾ ਹਨ ਬਾਬਾ ਰਾਮ ਰਾਏ ਜੀ। ਗੁਰੂ ਹਰਿਰਾਏ ਸਾਹਿਬ ਜੀ ਦੇ 2 ਹੀ ਸਪੁੱਤਰ ਹਨ, ਬਾਬਾ ਹਰਿਰਾਏ ਸਾਹਿਬ ਜੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸਾਧ ਸੰਗਤ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਿੱਕੀ ਉਮਰ ਤੋਂ ਹੀ ਅਧਿਆਤਮਿਕ ਤੌਰ ਤੇ ਬਹੁਤ ਚੜ੍ਹਦੀ ਕਲਾ ਵਿੱਚ ਜ਼ਿੰਦਗੀ ਜੀ ਰਹੇ ਹਨ। ਰੱਬੀ ਰੰਗ ਵਿੱਚ ਰੱਤੇ ਹੋਏ ਰੂਹ ਹਨ, ਅਕਾਲ ਪੁਰਖ ਦੇ ਭਾਣੇ ਨੂੰ ਸੱਤ ਕਰਕੇ ਮੰਨਣ ਵਾਲੇ ਹਨ। ਉਹਨਾਂ ਨੇ ਨਿੱਕੀ ਉਮਰ ਦੇ ਵਿੱਚ ਹੀ ਵੱਡੇ ਪੂਰਨੇ ਪਾ ਦਿੱਤੇ। ਇਤਿਹਾਸਕਾਰਾਂ ਨੇ ਇੱਕ ਘਟਨਾ ਲਿਖੀ ਹੈ ਕਿ ਸਿੱਖ ਸੰਗਤਾਂ ਨੇ ਗੁਰੂ ਹਰਿਰਾਏ ਸਾਹਿਬ ਜੀ ਨਾਲ ਇੱਕ ਬਚਨ ਸਾਂਝਾ ਕੀਤਾ ਕਿ ਪਾਤਸ਼ਾਹ, ਕਿ ਆਪ ਜੀ ਤੋਂ ਬਾਅਦ ਗੁਰਤਾ ਗੱਦੀ ਦੀ ਦਾਤ ਕਿਹਨਾਂ ਨੂੰ ਪ੍ਰਾਪਤ ਹੋਵੇਗੀ? ਕਿਉਂਕਿ ਸ਼ੁਰੂ ਤੋਂ ਹੀ ਗੁਰੂ ਘਰ ਦੇ ਵਿੱਚ 2 ਤਰ੍ਹਾਂ ਦੀ ਬ੍ਰਿਤੀ ਚੱਲੀ ਆ ਰਹੀ ਹੈ। ਇੱਕ ਉਹ ਨੇ ਜੋ ਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਨੇ, ਇੱਕ ਉਹ ਨੇ ਜੋ ਗੁਰੂ ਦੇ ਭਾਣੇ ਤੋਂ ਉਲਟ ਚੱਲਣ ਵਾਲੇ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਿੱਖਾਂ ਨੂੰ ਇੱਕ ਸੂਈ ਦਿੱਤੀ। ਕਹਿਣ ਲੱਗੇ, ਜਦੋਂ ਸਾਡੇ ਦੋਵੇਂ ਸਪੁੱਤਰ ਭਾਵ ਬਾਬਾ ਰਾਮ ਰਾਏ ਜੀ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਣੀ ਪੜ੍ਹਦੇ ਹੋਵਣ, ਧਿਆਨ ਲਗਾ ਕੇ ਬੈਠੇ ਹੋਵਣ,
ਉਹਨਾਂ ਦੇ ਸੂਈ ਚੁੱਭ ਕੇ ਵੇਖਣਾ। ਜਿਸ ਦੀ ਸੁਰਤ ਸਰੀਰ ਨਾਲ ਜੁੜੀ ਹੋਏਗੀ ਉਹ ਤਾਂ ਸੂਈ ਦੇ ਦਰਦ ਨੂੰ ਮਹਿਸੂਸ ਕਰੇਗਾ, ਪਰ ਜਿਸ ਨੇ ਆਪਣੀ ਸੁਰਤ ਨੂੰ ਸਰੀਰ ਤੋਂ ਉੱਪਰ ਚੁੱਕ ਲਿਆ, ਭਾਵ ਸਰੀਰ ਦੇ ਦੁੱਖਾਂ ਸੁੱਖਾਂ ਮੋਹ ਮਾਇਆ ਤੋਂ ਉੱਪਰ ਚੁੱਕ ਲਿਆ, ਉਹ ਸੂਈ ਦੀ ਚੋਭ ਨੂੰ ਮਹਿਸੂਸ ਬਿਲਕੁਲ ਵੀ ਨਹੀਂ ਕਰੇਗਾ, ਭਾਵ ਉਹਦੀ ਸੁਰਤ ਨਹੀਂ ਟੁੱਟੇਗੀ। ਸਮਾਂ ਬਣਿਆ, ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਕਮਾਲ ਹੋ ਗਈ, ਜਦੋਂ ਬਾਬਾ ਰਾਮ ਰਾਏ ਜੀ ਦੇ ਸੂਈ ਖੋਭੀ ਤੇ ਉਹਨਾਂ ਦੀ ਸੁਰਤ ਟੁੱਟ ਗਈ, ਪਰ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸੂਈ ਚੋਭੀ ਤੇ ਉਹ ਬਿਲਕੁਲ ਅਡੋਲ ਸ਼ਾਂਤ ਚਿੱਤ ਰਹੇ। ਉਹਨਾਂ ਨੇ ਰੱਤੀ ਮਾਤਰ ਵੀ ਅਹਿਸਾਸ ਨਾ ਕੀਤਾ ਕਿ ਸਾਨੂੰ ਕੁਝ ਚੋਭ ਮਹਿਸੂਸ ਹੋ ਰਹੀ ਹੈ। ਗੁਰੂ ਹਰ ਰਾਏ ਸਾਹਿਬ ਜੀ ਨੇ ਇਸ਼ਾਰਾ ਦੇ ਦਿੱਤਾ ਸੀ ਕਿ ਆਉਣ ਵਾਲੇ ਸਮੇਂ 'ਚ ਗੁਰਤਾ ਗੱਦੀ ਦੇ ਮਾਲਕ ਹਰਕ੍ਰਿਸ਼ਨ ਸਾਹਿਬ ਹੀ ਬਣਨਗੇ। ਉਹ ਸਮਾਂ ਬਣਿਆ। ਉਧਰ ਕਹਿੰਦੇ ਸਾਧ ਸੰਗਤ ਖੇਡ ਵਰਤੀ। ਔਰੰਗਜ਼ੇਬ ਦੇ ਦਰਬਾਰ ਅੰਦਰ ਗੁਰੂ ਹਰਰਾਏ ਸਾਹਿਬ ਜੀ ਦੇ ਕੋਲ ਇੱਕ ਪੱਤਰ ਪਹੁੰਚਦਾ ਹੈ ਕਿ ਅਸੀਂ ਆਪ ਜੀ ਨਾਲ ਕੁਝ ਵਿਚਾਰ ਕਰਨੇ ਹਨ, ਜਿਸ ਕਰਕੇ ਤੁਸੀਂ ਸਾਨੂੰ ਮਿਲੋ। ਪਰ ਸਤਿਗੁਰੂ ਜੀ ਉਹਦੇ ਕਪਟ ਨੂੰ ਜਾਣਦੇ ਸਨ। ਮਹਾਰਾਜ ਨੂੰ ਪਤਾ ਸੀ ਇਹ ਬੰਦਾ ਮਲੇਸ਼ ਬਿਰਤੀ ਦਾ ਹੈ, ਇਹਦੇ ਮੱਥੇ ਨਹੀਂ ਲੱਗਣਾ। ਪਰ ਸਿੱਖ ਸੰਗਤ ਨੇ ਬੇਨਤੀ ਕੀਤੀ ਕਿ ਪਾਤਸ਼ਾਹ, ਉਹਦੀ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਹਨ ਤਾਂ ਕਿ ਉਹਦੇ ਮਨ ਵਿੱਚ ਕੋਈ ਸ਼ੰਕਾ ਨਾ ਰਹਿ ਜਾਏ। ਸੰਗਤਾਂ ਦੇ ਬੇਨਤੀ ਕਰਨ ਤੇ ਬਾਬਾ ਰਾਮ ਰਾਏ ਜੀ ਨੂੰ ਦਿੱਲੀ ਭੇਜਿਆ ਜਾਂਦਾ ਹੈ ਤੇ ਉਹਨਾਂ ਨੂੰ ਇੱਕ ਗੱਲ ਆਖੀ ਜਾਂਦੀ ਹੈ, ਬੇਟਾ, ਕਿ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਅਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਰਹਿਣਾ। ਅਕਾਲ ਪੁਰਖ ਭਲੀ ਕਰੇਗਾ, ਭਾਵ ਆਪਣੀ ਮਤ ਨਹੀਂ ਵਰਤਣੀ। ਅਕਾਲ ਪੁਰਖ ਦੀ ਓਟ ਆਸਰੇ ਨੂੰ ਤੱਕਦੇ ਹੋਏ ਤੇ ਗੁਰੂ ਨਾਨਕ ਦੇ ਸ਼ਬਦ ਨਾਲ ਜੁੜ ਕੇ ਰਹੋਗੇ ਤੇ ਬਖਸ਼ਿਸ਼ ਬਣੀ ਰਹੇਗੀ। ਕਹਿੰਦੇ ਉੱਥੇ ਪਹੁੰਚੇ। ਔਰੰਗਜ਼ੇਬ ਦੇ ਦਰਬਾਰ ਅੰਦਰ ਬਾਬਾ ਰਾਮ ਰਾਏ ਜੀ ਨੇ ਕਮਾਲ ਕਰ ਦਿੱਤੀ। ਉਹਨਾਂ ਦੇ ਹਰ ਸਵਾਲ ਦਾ ਜਵਾਬ ਤਸੱਲੀ ਬਖਸ਼ ਦਿੱਤਾ। ਹਾਜ਼ਰ ਜਵਾਬ ਸਨ, ਦੂਰ ਅੰਦੇਸ਼ ਵੀ ਸਨ। ਅਕਾਲ ਪੁਰਖ ਵੱਲੋਂ ਬਚਪਨ ਤੋਂ ਹੀ ਰਹਿਮਤਾਂ ਬਖਸ਼ਿਸ਼ਾਂ ਨਾਲ ਉਹਨਾਂ ਨੂੰ ਨਿਵਾਜਿਆ ਹੋਇਆ ਸੀ ਤੇ ਨਿੱਕੀ ਉਮਰ ਦੇ ਵਿੱਚ ਵੱਡੇ ਪੂਰਨੇ ਪਾ ਦਿੱਤੇ। ਔਰੰਗਜ਼ੇਬ ਹੈਰਾਨ ਹੈ, ਦਰਬਾਰੀ ਹੈਰਾਨ ਹਨ, ਵੱਡੇ ਵੱਡੇ ਵਿਦਵਾਨ ਬੈਠੇ ਹਨ, ਪੰਡਿਤ ਬੈਠੇ ਹਨ, ਮੌਲਾਣੇ ਬੈਠੇ ਹਨ। ਉਹ ਸਭ ਹੈਰਾਨ ਨੇ ਵੀ ਨਿੱਕੀ ਉਮਰ ਦਾ ਬਾਲਕ ਇਤਨਾ ਤੇਜ਼ ਤਰਾਰ, ਇਤਨਾ ਰੋਸ਼ਨ ਦਿਮਾਗ, ਇਤਨਾ ਹਾਜ਼ਰ ਜਵਾਬ, ਹਰ ਗੱਲ ਦਾ ਜਵਾਬ ਦੇ ਰਿਹਾ। ਆਖਰ ਨੂੰ ਉਹਨਾਂ ਨੇ ਇੱਕ ਸਵਾਲ ਕੀਤਾ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਕਤੀ ਹੈ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਕੀ ਇਹ ਇਸਲਾਮ ਦੀ ਤੋਹੀਨ ਨਹੀਂ ਹੈ? ਕੀ ਤੁਹਾਡੇ ਗੁਰੂ ਨਾਨਕ ਸਾਹਿਬ ਨੇ ਇਸਲਾਮ ਦੇ ਪ੍ਰਤੀ ਇਹ ਕੋਈ ਮੰਦੀ ਸੋਚ ਨਹੀਂ ਵਰਤੀ? ਕਹਿੰਦੇ ਨੇ ਬਾਬਾ ਰਾਮ ਰਾਏ ਜੀ ਦਾ ਇੱਥੇ ਮਨ ਥਿੜਕ ਗਿਆ, ਡਰ ਗਿਆ। ਉਹਨਾਂ ਦੇ ਮਨ ਦੇ ਅੰਦਰ ਇੱਕ ਭਰਮ ਪੈਦਾ ਹੋ ਗਿਆ ਕਿ ਮੇਰਾ ਜੋ ਵਿਸ਼ਵਾਸ ਬਣਿਆ, ਮੇਰਾ ਜੋ ਸਤਿਕਾਰ ਬਣਿਆ, ਮੇਰਾ ਜੋ ਦਬਦਬਾ ਬਣਿਆ ਇਸ ਦਰਬਾਰ ਅੰਦਰ, ਅਗਰ ਮੈਂ ਇਹਨਾਂ ਨੂੰ ਸਹੀ ਜਵਾਬ ਦੇ ਦਿੱਤਾ ਕਿ ਤੂੰ ਖਤਮ ਨਾ ਹੋ ਜਾਏ, ਮੇਰਾ ਮਾਣ ਤਾਣ ਨਾ ਘਟ ਜਾਏ। ਉਹਨਾਂ ਦੇ ਮਨ ਅੰਦਰ ਭਰਮ ਪੈਦਾ ਹੋਇਆ। ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦਾ ਲੜ ਛੱਡ ਦਿੱਤਾ। ਔਰੰਗਜ਼ੇਬ ਦੀ ਖੁਸ਼ਾਮਦ ਕੀਤੀ ਤੇ ਬਾਣੀ ਨੂੰ ਬਦਲ ਕੇ, ਗੁਰੂ ਨਾਨਕ ਸਾਹਿਬ ਦੀ ਰਚੀ ਹੋਈ ਗੁਰਬਾਣੀ ਦੀ ਤੁਕ ਨੂੰ ਬਦਲ ਕੇ ਮੁਸਲਮਾਨ ਦੀ ਜਗ੍ਹਾ ਕਹਿ ਦਿੱਤਾ, ਨਹੀਂ ਜੀ, ਲਿਖਾਰੀ ਦੀ ਭੁੱਲ ਹੈ, ਅਸਲ ਵਿੱਚ ਉੱਥੇ ਲਿਖਿਆ ਹੈ ਮਿੱਟੀ ਬੇਈਮਾਨ ਕੀ ਪੇੜੈ ਪਈ ਘੁਮਿਆਰ। ਹੁਣ ਉਹਨਾਂ ਨੇ ਜਦੋਂ ਮੁਸਲਮਾਨ ਦੀ ਜਗ੍ਹਾ ਬੇਈਮਾਨ ਸੁਣਿਆ ਉਹ ਤੇ ਖੁਸ਼ ਹੋ ਗਏ। ਪਰ ਇਹ ਗੱਲ ਜਦੋਂ ਸੰਗਤਾਂ ਰਾਹੀਂ ਗੁਰੂ ਹਰਰਾਏ ਸਾਹਿਬ ਜੀ ਨੂੰ ਪਤਾ ਲੱਗੀ, ਮਹਾਰਾਜ ਨੇ ਤੁਰੰਤ ਹੁਕਮ ਕੀਤਾ ਕਿ ਸਾਡੇ ਸੁਪੁੱਤਰ ਨੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਦਾ ਲੜ ਛੱਡ ਦਿੱਤਾ ਹੈ, ਇਸ ਘਰ ਦਰ ਨੂੰ ਛੱਡ ਦਿੱਤਾ ਹੈ। ਉਹਨਾਂ ਨੇ ਆਪਣੇ ਪੈਰ ਤੇ ਆਪ ਕੁਹਾੜਾ ਮਾਰਿਆ ਹੈ, ਕਰਾਮਾਤ ਕਹਿਰ ਵਰਤੇਗੀ ਤੇ ਅੱਜ ਤੋਂ ਬਾਅਦ ਕਹਿ ਦਿਓ ਰਾਮ ਰਾਏ ਸਾਡਾ ਕੁਝ ਵੀ ਨਹੀਂ ਲੱਗਦਾ, ਬਲਕਿ ਇਹਦੇ ਜੋ ਮੱਥੇ ਲੱਗੇਗਾ ਉਹਦਾ ਵੀ ਗੁਰੂ ਘਰ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਰਹਿ ਜਾਏਗਾ। ਰਾਮ ਰਾਏ ਨੂੰ ਕਹਿ ਦਿਓ ਜਿੱਧਰ ਮੂੰਹ ਹੈ ਉੱਧਰ ਚਲਾ ਜਾਏ, ਭਾਵ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ, ਗੁਰੂ ਘਰ ਨਾਲ ਉਹਦਾ ਕੋਈ ਰਿਸ਼ਤਾ ਜਾਂ ਸੰਬੰਧ ਨਹੀਂ ਰਹਿ ਗਿਆ। ਇਹ ਸੱਤਵੇਂ ਪਾਤਸ਼ਾਹ ਨੇ ਬਹੁਤ ਵੱਡਾ ਪੂਰਨਾ ਪਾਇਆ ਕਿ ਇੱਥੇ ਹੋਰ ਭੁੱਲਾਂ ਬਖਸ਼ੀਆਂ ਜਾ ਸਕਦੀਆਂ ਨੇ, ਪਰ ਜੇ ਕੋਈ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ, ਸਿਧਾਂਤ ਨੂੰ, ਗੁਰਮਤ ਵਿਚਾਰਧਾਰਾ ਨੂੰ ਕਿਸੇ ਸੰਸਾਰੀ ਰਾਜੇ, ਬਾਦਸ਼ਾਹ, ਰਾਜਨੀਤਿਕ ਜਾਂ ਕਿਸੇ ਮਨੁੱਖ ਦੀ ਵਡਿਆਈ ਲਈ ਉਲਟੇ ਅਰਥਾਂ ਵਿੱਚ ਪੜ੍ਹੇਗਾ, ਸੁਣੇਗਾ, ਸੁਣਾਏਗਾ, ਸਮਝਾਏਗਾ, ਇਹਨੂੰ ਆਪਣੀ ਮਤ ਅਨੁਸਾਰ ਬਦਲੇਗਾ, ਇਹ ਭੁੱਲ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸੱਤਵੇਂ ਪਾਤਸ਼ਾਹ ਨੇ ਇਹ ਪੂਰਨਾ ਪਾਇਆ। ਬਾਣੀ ਨੂੰ ਬਦਲਣ ਦੀ ਸਜ਼ਾ ਇਹ ਦਿੱਤੀ, ਆਪਣੇ ਪੁੱਤਰ ਨੂੰ ਆਪਣੇ ਤੋਂ ਹੀ ਦੂਰ ਕਰ ਦਿੱਤਾ ਤੇ ਨਾਲ ਹੀ ਹੁਕਮ ਕੀਤਾ ਕਿ ਅਸੀਂ ਸਰੀਰਕ ਚੋਲਾ ਤਿਆਗ ਰਹੇ ਹਾਂ ਤੇ ਸਾਡੇ ਸੁਪੁੱਤਰ, ਛੋਟੇ ਸੁਪੁੱਤਰ ਭਾਵ ਹਰਕ੍ਰਿਸ਼ਨ ਸਾਹਿਬ, ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣਗੇ ਤੇ ਗੁਰਤਾ ਗੱਦੀ ਦੀ ਰਸਮ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਕੋਲੋਂ ਕਰਵਾ ਕੇ ਆਪਣੀ ਥਾਂ ਤੇ
ਹਰਕ੍ਰਿਸ਼ਨ ਸਾਹਿਬ ਜੀ ਨੂੰ 8ਵੇਂ ਪਾਤਸ਼ਾਹ ਦੇ ਰੂਪ 'ਚ ਪ੍ਰਗਟ ਕਰ ਸਤਿਗੁਰੂ ਜੀ ਹਰ ਰਾਏ ਸਾਹਿਬ ਜੋਤੀ ਜੋਤ ਸਮਾ ਜਾਂਦੇ ਹਨ। ਹੁਣ ਸਾਧ ਸੰਗਤ ਸੋਚਣ ਵਾਲੀ ਗੱਲ ਹੈ, ਜਿਸ ਵਕਤ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੁੰਦੀ ਹੈ, ਉਹਨਾਂ ਦੀ ਉਮਰ ਉਸ ਵੇਲੇ 5.25 ਸਾਲ ਹੈ। 5.25 ਸਾਲ ਦੀ ਉਮਰ ਦਾ ਬਾਲਕ ਸੰਸਾਰ ਵਿੱਚ ਵੇਖਿਆ ਜਾਏ ਤੇ ਉਹਨੂੰ ਕਿਸੇ ਵੀ ਗੱਲ ਦਾ ਕੋਈ ਬਹੁਤਾ ਗਿਆਨ ਨਹੀਂ ਹੁੰਦਾ। ਸਿਆਣੇ ਕਹਿੰਦੇ ਨੇ ਬੱਚਾ ਖੇਡਣਾ, ਖਾਣਾ ਪੀਣਾ, ਹੱਸਣਾ ਇੰਨਾ ਹੀ ਜਾਣਦਾ ਹੈ, ਉਹਨੂੰ ਕੋਈ ਮਤਲਬ ਨਹੀਂ ਦੁਨੀਆਦਾਰੀ ਕੀ ਹੈ, ਸੰਸਾਰ ਕੀ ਹੈ, ਰਾਜਨੀਤੀ ਕੀ ਹੈ, ਜ਼ਿੰਮੇਵਾਰੀਆਂ ਕੀ ਹਨ, ਬੱਚੇ ਨੂੰ ਕੋਈ ਮਤਲਬ ਨਹੀਂ। ਪਰ ਕਮਾਲ ਕਰ ਦਿੱਤੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ। ਉਹਨਾਂ ਨੇ ਨਿੱਕੀ ਉਮਰ ਦੇ ਵਿੱਚ ਇੰਨੇ ਵੱਡੇ ਪੂਰਨੇ ਪਾ ਦਿੱਤੇ ਕਿ ਉਹਨਾਂ ਨੂੰ ਦੁਨੀਆ ਨੇ ਫਿਰ ਬਾਲਾ ਪ੍ਰੀਤਮ ਕਹਿ ਕੇ ਯਾਦ ਕੀਤਾ। ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ। ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਪੂਰਨੇ ਪਾਉਣੇ ਸ਼ੁਰੂ ਕੀਤੇ। ਸਭ ਤੋਂ ਪਹਿਲੀ ਇੱਕ ਬਖਸ਼ਿਸ਼ ਕੀਤੀ ਇੱਕ ਕੋੜੀ ਦੇ ਉੱਪਰ ਜੋ ਕੁਸ਼ਟ ਰੋਗ ਨਾਲ ਪੀੜਤ ਸੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਰਸਤੇ ਵਿੱਚ ਇਹਨੂੰ ਬਿਠਾ ਦਿੱਤਾ ਤੇ ਇਹ ਗੱਲ ਇਹਨੇ ਕਹੀ ਕਿ ਤੁਸੀਂ ਪਹਿਲੇ ਜਾਮਿਆਂ ਤੋਂ ਕਈ ਕੋੜੀਆਂ ਦੇ ਦੁੱਖ ਦੂਰ ਕੀਤੇ ਹਨ ਤੇ ਸਾਡਾ ਵੀ ਦੁੱਖ ਦੂਰ ਕਰੋ। ਅਸਲ ਵਿੱਚ ਇਹ ਚਾਲ ਸੀ ਕੁਝ ਲੋਕਾਂ ਦੀ, ਕੁਝ ਛਾਤਰ ਦਿਮਾਗਾਂ ਦੀ ਲੋਕਾਂ ਦੀ, ਕਿ ਜੋ ਗੁਰੂ ਘਰ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਸਨ। ਪਰ ਕਮਾਲ ਕੀਤੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਸ ਕੁਸ਼ਟ ਰੋਗੀ ਨੂੰ ਉਹਦੇ ਰੋਗ ਤੋਂ ਹੀ ਠੀਕ ਨਹੀਂ ਕੀਤਾ, ਬਲਕਿ ਉਹਨੂੰ ਅਧਿਆਤਮਿਕ ਜੀਵਨ ਦਾ ਉਪਦੇਸ਼ ਦੇ ਕੇ ਉਹਦੀ ਜ਼ਿੰਦਗੀ ਨੂੰ ਵੀ ਬਦਲ ਦਿੱਤਾ। ਇੱਕ ਰਾਜਾ ਰਾਮ ਹੋਇਆ ਰੋਪੜ ਦੇ ਇਲਾਕੇ ਦਾ, ਜੋ ਜੰਮਦੀਆਂ ਧੀਆਂ ਨੂੰ ਮਾਰ ਦਿੰਦਾ ਸੀ। ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ, ਇਹ ਗੁਰੂ ਦਰਬਾਰ ਵਿੱਚ ਪਹੁੰਚਿਆ। ਮਹਾਰਾਜ ਨੇ ਕਹਿ ਦਿੱਤਾ ਕਿ ਤੈਨੂੰ ਗੁਰੂ ਘਰ ਵਿੱਚ ਮੱਥਾ ਟੇਕਣ ਦਾ ਕੋਈ ਹੱਕ ਨਹੀਂ, ਕਿਉਂਕਿ ਗੁਰੂ ਨਾਨਕ ਦਾ ਘਰ ਜ਼ਿੰਦਗੀ ਬਖਸ਼ਦਾ ਹੈ, ਪਰ ਤੂੰ ਜ਼ਿੰਦਗੀ ਨੂੰ ਖੋਹਣਾ ਹੈ। ਤੂੰ ਉਹਨਾਂ ਜੀਆਂ ਨੂੰ, ਉਹਨਾਂ ਧੀਆਂ ਨੂੰ ਮਾਰਦਾ ਜੋ ਜਨਮ ਲੈ ਕੇ ਹਲੇ ਸੰਸਾਰ ਵਿੱਚ ਕੁਝ ਬੁਰਾ ਭਲਾ ਵੀ ਨਹੀਂ ਸੋਚ ਸਕਦੀਆਂ। ਤੇਰੇ ਨਾਲ ਸਾਡੀ ਨਹੀਂ ਬਣਨੀ। ਇਹਨੂੰ ਅਹਿਸਾਸ ਹੋਇਆ ਗਲਤੀ ਦਾ, ਰੋ ਰੋ ਕੇ ਖਿਮਾ ਮੰਗੀ ਤੇ ਅੱਗੇ ਵਾਸਤੇ ਐਸੇ ਪਾਪ ਤੋਂ ਹੱਥ ਜੋੜੇ। ਇਹਨੂੰ ਗੁਰੂ ਸਾਹਿਬ ਨੇ ਬਖਸ਼ਿਆ। ਉਧਰ ਦੂਸਰੇ ਪਾਤਸ਼ਾਹ ਬਾਬਾ ਰਾਮ ਰਾਏ ਜੀ, ਜੋ ਬਾਦਸ਼ਾਹ ਨੂੰ ਖੁਸ਼ ਕਰਕੇ ਦੇਹਰਾਦੂਨ ਇੱਕ ਡੇਰੇ ਵਿੱਚ ਤਾਂ ਚਲੇ ਗਏ, ਪਰ ਉੱਥੇ ਜਾ ਕੇ ਉਹਨਾਂ ਨੂੰ ਕੋਈ ਸਬਰ ਸੰਤੋਖ ਨਾ ਆਇਆ। ਮਨ ਦੀ ਭਟਕਣਾ ਵਧੀ, ਅੰਦਰ ਦੀ ਤੜਪ ਵਧੀ। ਉਹਨਾਂ ਨੇ ਮਨ ਦੇ ਅੰਦਰ ਇੱਕ ਹੋਰ ਭਰਮ ਪੈਦਾ ਹੋ ਗਿਆ ਕਿ ਕਿਤੇ ਗੁਰਤਾ ਗੱਦੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮੇਰੇ ਛੋਟੇ ਭਰਾ ਨੂੰ ਮਿਲ ਗਈ, ਪਰ ਇਹ ਕਿਵੇਂ ਨਾ ਕਿਵੇਂ ਮੈਨੂੰ ਜ਼ਰੂਰ ਮਿਲੇ। ਔਰੰਗਜ਼ੇਬ ਦੇ ਉਹ ਹਾੜੇ ਕੱਢਣ ਲੱਗੇ, ਤਰਲੇ ਮਿੰਨਤਾਂ ਕੀਤੀਆਂ। ਔਰੰਗਜ਼ੇਬ ਨੇ ਇਸ ਚੀਜ਼ ਦਾ ਫਾਇਦਾ ਉਠਾ ਕੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਉਣ ਵਾਸਤੇ ਇੱਕ ਪੱਤਰ ਭੇਜਿਆ, ਪਰ ਮਹਾਰਾਜ ਨੇ ਇਨਕਾਰ ਕਰ ਦਿੱਤਾ। ਫਿਰ ਦੁਬਾਰਾ ਔਰੰਗਜ਼ੇਬ ਨੇ ਰਾਜਾ ਮਿਰਜ਼ਾ ਜੈ ਸਿੰਘ ਨੂੰ ਵਿੱਚ ਪਾ ਕੇ ਗੁਰੂ ਸਾਹਿਬ ਦੇ ਕੋਲ ਇੱਕ ਪੱਤਰ ਭੇਜਿਆ, ਜਿਸ ਵਿੱਚ ਸੰਗਤੀ ਰੂਪ 'ਚ ਬੇਨਤੀ ਕੀਤੀ ਗਈ ਕਿ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਤੁਸੀਂ ਦਿੱਲੀ ਆਓ ਤੇ ਸੰਗਤਾਂ ਨੂੰ ਦਰਸ਼ਨ ਦਿਓ। ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਸਾਧ ਸੰਗਤ ਗੁਰੂ ਸਾਹਿਬ ਦਿੱਲੀ ਵੱਲ ਚਾਲੇ ਪਾ ਰਹੇ ਨੇ। ਦਿੱਲੀ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਗੁਰੂ ਸਾਹਿਬ ਪੰਜੋਖਰਾ ਸਾਹਿਬ ਰੁਕਦੇ ਨੇ। ਪੰਜੋਖਰੇ ਦੇ ਵਿੱਚ ਵੀ ਅਸਲ ਵਿੱਚ ਕਿਸੇ ਦਾ ਉਧਾਰ ਕਰਨਾ ਸੀ। ਉਹ ਸੀ ਪੰਡਿਤ ਲਾਲ ਚੰਦ ਅਤੇ ਛੱਜੂ ਚੀਵਰ। ਪੰਡਿਤ ਲਾਲ ਚੰਦ ਵਿਦਵਾਨ ਬੰਦਾ ਹੈ, ਪੜ੍ਹਿਆ ਲਿਖਿਆ, ਪਰ ਉਹਨੂੰ ਆਪਣੀ ਵਿਦਵਤਾ ਦਾ, ਆਪਣੇ ਗਿਆਨ ਦਾ ਹੰਕਾਰ ਹੋ ਗਿਆ। ਜਦੋਂ ਉਹਨੂੰ ਪਤਾ ਲੱਗਾ ਕਿ ਸਾਡੇ ਇਲਾਕੇ ਵਿੱਚ ਸਿੱਖਾਂ ਦੇ 8ਵੇਂ ਗੁਰੂ ਨਿੱਕੀ ਉਮਰ ਦੇ ਹਰਕ੍ਰਿਸ਼ਨ ਸਾਹਿਬ ਮਹਾਰਾਜ ਆ ਰਹੇ ਨੇ, ਉਹ ਬੜਾ ਹੈਰਾਨ ਹੁੰਦਾ ਹੈ। ਤੇ ਉਹਨੇ ਇੱਕ ਗੱਲ ਆਖੀ ਵੀ ਸਾਡੇ ਤਾਂ ਕ੍ਰਿਸ਼ਨ ਜੀ ਹੋਏ ਨੇ, ਕ੍ਰਿਸ਼ਨ ਭਗਵਾਨ ਜਿਨ੍ਹਾਂ ਨੇ ਗੀਤਾ ਉਚਾਰੀ ਹੈ, ਪਰ ਤੁਸੀਂ ਹਰਕ੍ਰਿਸ਼ਨ ਹੋ, ਤੁਸੀਂ ਇਸ ਤਰ੍ਹਾਂ ਕਰੋ, ਗੀਤਾ ਦੇ ਅਰਥ ਮੈਨੂੰ ਦੱਸੋ, ਅਰਥ ਸੁਣਾਓ। 8ਵੇਂ ਪਾਤਸ਼ਾਹ ਨੇ ਬੜਾ ਪਿਆਰਾ ਉੱਤਰ ਦਿੱਤਾ। ਕਹਿੰਦੇ ਪੰਡਿਤ ਜੀ, ਅਰਥ ਤਾਂ ਅਸੀਂ ਦੱਸ ਦੇਵਾਂਗੇ, ਪਰ ਅਰਥਾਂ ਨਾਲ ਤੁਹਾਡਾ ਬਣਨਾ ਫਿਰ ਵੀ ਕੁਝ ਨਹੀਂ। ਅਰਥਾਂ ਨੇ ਅੱਜ ਤੱਕ ਤੁਹਾਨੂੰ ਦਿੱਤਾ ਕੀ ਹੈ? ਅਰਥ ਤੁਸੀਂ ਸੁਣੇ ਨੇ, ਪਰ ਤੁਸੀਂ ਆਪਣੇ ਜੀਵਨ ਵਿੱਚ ਢਾਲੇ ਨਹੀਂ। ਕਹਿੰਦੇ ਅਰਥ ਹੋ ਜਾਣਗੇ, ਪਰ ਜੇ ਅਸੀਂ ਕੀਤੇ ਤੁਹਾਡੇ ਮਨ ਦਾ ਫੇਰ ਸ਼ੰਕਾ ਰਹਿ ਜਾਏਗਾ। ਤੁਸੀਂ ਆਪਣੀ ਪਸੰਦ ਦਾ ਬੰਦਾ ਲੈ ਕੇ ਆਓ, ਅਰਥ ਉਹ ਕਰੇਗਾ। ਕਮਾਲ ਦੀ ਗੱਲ, ਪੰਡਿਤ ਲਾਲ ਚੰਦ ਨੇ ਆਪਣੇ ਵੱਲੋਂ ਪਿੰਡ ਦਾ ਸਭ ਤੋਂ ਮੂਰਖ ਮਨੁੱਖ, ਜੋ ਗੂੰਗਾ ਵੀ ਹੈ, ਬੋਲਾ ਵੀ ਹੈ, ਜਿਸ ਨੂੰ ਕਹਿੰਦੇ ਨੇ ਅਕਲ ਮਤ ਵੀ ਨਹੀਂ, ਭਾਵ ਭਾਈ ਛੱਜੂ ਝੀਵਰ ਜਾਤੀ ਦੇ ਨੂੰ ਲੈ ਕੇ ਆਂਦਾ। ਪਰ ਕਮਾਲ ਦੀ ਗੱਲ ਹੋਈ ਸਾਧ ਸੰਗਤ, ਇੰਜ ਕਹਿ ਲੋ ਛੱਜੂ ਦੇ ਵੀ ਭਾਗ ਜਾਗੇ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟੇ ਪੁਰਖ ਰਸ਼ਕ ਬੈਰਾਗੀ, ਜਿਸ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਈ। ਉਹਨੇ ਮਹਾਰਾਜ ਜੀ ਦੇ ਚਰਨ ਪਰਸੇ, ਸਤਿਗੁਰੂ ਜੀ ਦੀ ਨਜ਼ਰ ਦਾ ਪਾਤਰ ਬਣਿਆ।
ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਮਿਹਰਾਂ ਨਾਲ ਨਿਵਾਜਿਆ ਗਿਆ। ਸਤਿਗੁਰੂ ਨੇ ਆਪਣੇ ਕੋਲ ਬਿਠਾਇਆ। ਪੰਡਿਤ ਲਾਲ ਚੰਦ ਸ਼ਲੋਕ ਪੜ੍ਹਦਾ ਹੈ ਤੇ ਕਮਾਲ ਦੀ ਗੱਲ ਛੱਜੂ ਝੀਵਰ ਉਹਦੇ ਅਰਥ ਕਰਦੇ ਨੇ। ਇਤਿਹਾਸਕਾਰਾਂ ਮੁਤਾਬਿਕ ਇੱਕ ਇੱਕ ਸ਼ਲੋਕ ਦੇ 7 ਅਰਥ ਛੱਜੂ ਝੀਵਰ ਐਸੇ ਕਮਾਲ ਦੇ ਕਰਦਾ ਹੈ ਕਿ ਪੰਡਿਤ ਲਾਲ ਚੰਦ ਦਾ ਸਾਰਾ ਹੰਕਾਰ ਅੱਖਾਂ ਦੇ ਨੀਰ ਰਾਹੀਂ ਡੁੱਲ ਡੁੱਲ ਪੈਂਦਾ ਹੈ। ਭਿੱਜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਫਿਰ ਮਾਫੀ ਮੰਗਦਾ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਛੱਜੂ ਝੀਵਰ ਤੇ ਪੰਡਿਤ ਲਾਲ ਚੰਦ ਨੂੰ ਬਖਸ਼ਿਸ਼ ਨਾਲ ਨਿਵਾਜਣ ਤੋਂ ਬਾਅਦ ਸਤਿਗੁਰੂ ਦਿੱਲੀ ਪਹੁੰਚਦੇ ਹਨ। ਰਾਜਾ ਮਿਰਜ਼ਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਗੁਰੂ ਸਾਹਿਬ ਦਾ ਉਤਾਰਾ ਕਰਵਾਇਆ ਜਾਂਦਾ ਹੈ। ਇਹੀ ਬੰਗਲਾ ਬਾਅਦ ਵਿੱਚ ਅੱਜ ਦਾ ਗੁਰਦੁਆਰਾ ਬੰਗਲਾ ਸਾਹਿਬ ਕਰਕੇ ਸਿੱਖ ਜਗਤ ਵਿੱਚ ਮਸ਼ਹੂਰ ਹੈ। ਤੇ ਬੰਗਲਾ ਸਾਹਿਬ ਗੁਰੂ ਸਾਹਿਬ ਪਹੁੰਚਦੇ ਨੇ। ਉੱਥੇ ਪਹੁੰਚਦਿਆਂ ਬੜੇ ਅੱਛੇ ਤਰੀਕੇ ਨਾਲ ਰਾਜਾ ਮਿਰਜ਼ਾ ਜੈ ਸਿੰਘ ਵੱਲੋਂ ਸੇਵਾ ਕੀਤੀ ਜਾਂਦੀ ਹੈ। ਇੱਧਰ ਔਰੰਗਜ਼ੇਬ ਨੂੰ ਜਦੋਂ ਪਤਾ ਲੱਗਾ, ਉਹ ਕਹਿੰਦਾ ਕਿ ਤੁਸੀਂ ਗੁਰੂ ਸਾਹਿਬ ਦੀ ਪ੍ਰੀਖਿਆ ਲਓ, ਕਿੰਨੀ ਅਜ਼ਮਤ, ਕਿੰਨੀ ਸ਼ਕਤੀ, ਕਿੰਨੀ ਅਧਿਆਤਮਿਕ ਸ਼ਕਤੀਆਂ ਦੇ ਇਹ ਮਾਲਕ ਹਨ। ਸਾਧ ਸੰਗਤ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਗੇ ਪ੍ਰੀਖਿਆ ਇਹ ਪਾਈ ਜਾਂਦੀ ਹੈ। ਇੱਕ ਚਾਲ ਖੇਡਦੇ ਨੇ ਕਿ ਆਪਣੀ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਤੇ ਇੱਕ ਗੋਲੀ ਭਾਵ ਇੱਕ ਸੇਵਕਾ ਨੂੰ ਰਾਣੀਆਂ ਵਾਲੇ ਕੱਪੜੇ ਪਹਿਨਾ ਕੇ ਭੇਸ ਬਦਲਾ ਕੇ ਬਿਠਾ ਦਿੱਤਾ ਜਾਂਦਾ ਹੈ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਦਰਬਾਰ 'ਚ ਪਹੁੰਚਦੇ ਨੇ ਤੇ ਉੱਥੇ ਕਹਿੰਦੇ ਨੇ ਵੀ ਰਾਣੀ ਪਹਿਚਾਣੋ। ਮਹਾਰਾਜ ਸਾਰੀਆਂ ਦੇ ਸਿਰ ਦੇ ਉੱਪਰ ਉਹਨਾਂ ਕੋਲ ਜੋ ਛੜੀ ਹੈ ਰੱਖ ਕੇ ਕਹਿੰਦੇ ਹਨ ਕਿ ਆ ਵੀ ਰਾਣੀ ਨਹੀਂ, ਆ ਵੀ ਰਾਣੀ ਨਹੀਂ, ਆ ਵੀ ਰਾਣੀ ਨਹੀਂ। ਪਰ ਕਮਾਲ ਦੀ ਗੱਲ, ਜਦੋਂ ਅਸਲੀ ਰਾਣੀ ਆਈ ਜੋ ਗੋਲੀਆਂ ਦੇ ਰੂਪ 'ਚ ਬੈਠੀ ਸੀ, ਮਹਾਰਾਜ ਕਹਿੰਦੇ, ਹੇ ਰਾਣੀ, ਅਕਾਲ ਪੁਰਖ ਨੇ ਤੇਰੇ ਤੇ ਕਿਰਪਾ ਕੀਤੀ ਸੀ, ਤੈਨੂੰ ਰਾਣੀ ਬਣਾਇਆ ਸੀ, ਪਰ ਕਮਾਲ ਦੀ ਗੱਲ, ਤੂੰ ਰਾਣੀ ਹੋਣ ਦੇ ਬਾਵਜੂਦ ਗੋਲੀ ਬਣੀ ਬੈਠੀ ਹੈ। ਤੇ ਦੇਖ ਉਸ ਗੋਲੀ ਦੇ ਕਿੱਡੇ ਵੱਡੇ ਭਾਗ ਨੇ ਜੋ ਗੋਲੀ ਹੋ ਕੇ ਵੀ ਅੱਜ ਰਾਣੀ ਬਣ ਗਈ ਹੈ। ਰਾਣੀ ਸੀ ਜੋ ਗੋਲੀ ਹੋਈ, ਗੋਲੀ ਸੀ ਜੋ ਰਾਣੀ ਹੋਈ। ਇਹ ਬਚਨ ਜਦੋਂ ਸੁਣੇ, ਰਾਣੀ ਦੇ ਅੰਦਰ ਵੈਰਾਗ ਛਲਕਿਆ। ਰਾਜਾ ਮਿਰਜ਼ਾ ਜੈ ਸਿੰਘ ਵੈਰਾਗ ਨਾਲ ਭਰ ਗਿਆ। ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਰੋ ਰੋ ਕੇ ਖਿਮਾ ਮੰਗੀ, ਸਤਿਗੁਰੂ ਬਹੁਤ ਵੱਡੀ ਅਵਗਿਆ ਕਰ ਬੈਠੇ ਹਾਂ, ਕਿਰਪਾ ਕਰਕੇ ਸਾਨੂੰ ਬਖਸ਼ ਲਓ। ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ, ਨਾਮਦਾਨ ਦੀ ਦਾਤ ਬਖਸ਼ੀ ਤੇ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਿਆ। ਔਰੰਗਜ਼ੇਬ ਇੱਧਰੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਤਾਵਲਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਵਡਿਆਈ ਦੇਖੋ ਸਾਧ ਸੰਗਤ, ਕਿਉਂ ਬਾਲਾ ਪ੍ਰੀਤਮ ਕਹਿੰਦੇ ਹਾਂ। ਔਰੰਗਜ਼ੇਬ ਵਕਤ ਦਾ ਸਭ ਤੋਂ ਖੁੰਖਾਰ ਤੇ ਵੱਡਾ ਕਾਤਲ ਬਾਦਸ਼ਾਹ, ਜਿਸ ਨੇ ਆਪਣੇ ਭਰਾ ਨਹੀਂ ਬਖਸ਼ੇ, ਆਪਣੇ ਪਿਤਾ ਨਹੀਂ ਬਖਸ਼ਿਆ, ਆਪਣੀ ਧੀ ਨਹੀਂ ਬਖਸ਼ੀ, ਸਰਮਦ ਵਰਗੇ ਫਕੀਰ ਤੱਕ ਕਤਲ ਕਰਵਾਏ, ਲੱਖਾਂ ਹਿੰਦੂਆਂ ਦੇ ਜਨੇਊ ਉਤਾਰ ਕੇ ਸੁੱਟੇ, ਕਤਲ ਕਰਵਾਏ, ਮੰਦਰ ਤੋੜੇ, ਜਿਹਨੂੰ ਆਪਣੀ ਤਾਕਤ ਦਾ ਬੜਾ ਵੱਡਾ ਗੁਮਾਨ ਸੀ, ਹੰਕਾਰ ਸੀ, ਜਿਸ ਦੇ ਅੱਗੇ ਸਾਰੇ ਝੁਕੇ। ਤੇ ਅੱਜ ਕਮਾਲ ਦੀ ਗੱਲ, ਉਹੀ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਤੇ ਦਰਸ਼ਨ ਕਰਨ ਵਾਸਤੇ ਦਰਵਾਜ਼ੇ ਤੇ ਖੜਾ ਹੈ, ਪਰ ਉਹਦੇ ਲਈ ਦਰਵਾਜ਼ੇ ਨਹੀਂ ਖੁੱਲ ਰਹੇ। ਦਰਵਾਜ਼ੇ ਨਾ ਖੁੱਲੇ, ਹੈਰਾਨ ਹੋ ਗਿਆ, ਕਿਉਂਕਿ ਮਹਾਰਾਜ ਹਰਕ੍ਰਿਸ਼ਨ ਸਾਹਿਬ ਜੀ ਨੇ ਬਚਨ ਕਰ ਦਿੱਤਾ ਸੀ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਇਹ ਮਲੇਸ਼ ਬੰਦਾ ਹੈ, ਨਾ ਪਿਤਾ ਗੁਰੂ ਹਰਰਾਜ ਸਾਹਿਬ ਇਹਦੇ ਮੱਥੇ ਲੱਗੇ ਹਨ, ਨਾ ਅਸੀਂ ਇਹਦੇ ਮੱਥੇ ਲੱਗਣਾ ਹੈ। ਕਹਿੰਦੇ ਅੱਧੀ ਘੜੀ ਖਲੋਤਾ ਰਿਹਾ, ਆਖਰ ਨੂੰ ਹਾਰੇ ਹੋਏ ਜੁਆਰੀ ਵਾਂਗ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਤੋਂ ਬਗੈਰ ਹੀ ਵਾਪਸ ਮੁੜ ਗਿਆ। ਇਹਨੂੰ ਪਤਾ ਲੱਗਾ ਕਿ ਮੈਂ ਹੀ ਵੱਡਾ ਨਹੀਂ, ਮੇਰੇ ਤੋਂ ਵੱਡੇ ਵੀ ਇੱਥੇ ਬੈਠੇ ਹਨ, ਕੋਈ ਮੇਰੇ ਤੋਂ ਵੀ ਬੇਮੁਹਤਾਜ ਬੈਠਾ ਹੈ। ਅਸੀਂ ਬਾਣੀ ਦੇ ਬਚਨ ਪੜ੍ਹਦੇ ਹਾਂ, ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਜਿਸ ਦੇ ਅੰਦਰ ਨਾਮ ਵਸ ਜਾਂਦਾ ਹੈ, ਉਤੇ ਪਰਵਾਹ ਨਾਹੀ ਕਿਸੇ ਕੇਰੀ ਬਾਜ, ਸੱਚੇ ਨਾਂ ਦੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਭਗਤ ਕਬੀਰ ਜੀ ਨੇ ਸ਼ਾਇਦ ਇਸੇ ਗੱਲ ਦੇ ਅਰਥ ਕੀਤੇ ਨੇ, ਜਿਸ ਦੇ ਅੰਦਰ ਸੱਚ ਹੈ, ਜੋ ਅਕਾਲ ਪੁਰਖ ਪਰਮੇਸ਼ਰ ਨਾਲ ਨਾਮ ਦੀ ਸਾਂਝ ਪਾਉਂਦਾ ਹੈ, ਉਹਦੇ ਲਈ ਕੇਵਲ ਪਰਮੇਸ਼ਰ ਰਾਜਾ ਹੁੰਦਾ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸ਼ਬਦ ਉਚਾਰ ਕੇ ਝੂਠੇ ਕਰਤ ਦਿਵਾਜਾ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਐਡਾ ਵੱਡਾ ਪੂਰਨਾ ਪਾਇਆ। ਆਖਰ ਨੂੰ ਸਾਧ ਸੰਗਤ, ਉੱਥੇ ਦਿੱਲੀ ਦੇ ਅੰਦਰ ਚੇਚਕ ਦੀ ਬਿਮਾਰੀ ਫੈਲਦੀ ਹੈ। ਉਹ ਚੇਚਕ ਦੀ ਬਿਮਾਰੀ ਅਨੇਕਾਂ ਰੋਗੀਆਂ ਦੇ ਘਰ ਦੇ ਵਿੱਚ ਮੌਤ ਦਾ ਡੰਕਾ ਵਜਾਉਂਦੀ ਹੈ। ਦਿੱਲੀ ਦੀਆਂ ਗਲੀਆਂ ਸੁੰਨੀਆਂ ਹੋਣ ਲੱਗ ਪਈਆਂ। ਮੌਤ ਨੇ ਆਪਣਾ ਤਾਂਡਵ ਤੇ ਮੌਤ ਨੇ ਨੰਗਾ ਨਾਚ ਨੱਚਿਆ। ਸਤਿਗੁਰੂ ਜੀ ਉੱਥੇ ਬਿਨਾਂ ਕਿਸੇ ਭੇਦ ਭਾਵ ਤੋਂ ਹਰ ਇੱਕ ਗਰੀਬ, ਨਿਮਾਣੀ, ਮਜਰੂਮ, ਲੋੜਵੰਦ ਦੀ ਮਦਦ ਕਰਨ ਲਈ ਪੂਰੀ ਦਿੱਲੀ ਦੇ ਵਿੱਚ ਸਿੱਖਾਂ, ਸੇਵਕਾਂ ਤੇ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਆਪ ਵਿੱਚ ਵਿਚਰੇ। ਗੁਰੂ ਕੀ ਗੋਲਕ ਦੇ ਮੂੰਹ ਖੋਲ ਦਿੱਤੇ ਗਏ। ਗੁਰੂ ਕੀ ਗੋਲਕ ਨੂੰ, ਗੁਰੂ ਕੀਆਂ ਭੇਟਾਵਾਂ ਨੂੰ ਲੋੜਵੰਦਾਂ ਤੇ ਰੋਗੀਆਂ ਦੀ ਭਲਾਈ ਵਾਸਤੇ ਖਰਚ ਕੀਤਾ ਗਿਆ। ਹਰ ਪੱਖ ਤੋਂ ਗੁਰੂ ਸਾਹਿਬ ਨੇ ਉਹਨਾਂ ਦੀ ਮਦਦ ਕੀਤੀ।
ਇੰਜ ਕਹਿ ਲਓ ਸਤਿਗੁਰੂ ਜੀ ਆਪ ਹੀ ਇਹਨਾਂ ਰੋਗੀਆਂ ਦੀ ਚਾਦਰ ਬਣ ਗਏ। ਭਾਵ ਉਹਨਾਂ ਨੇ ਆਪਣੇ ਸਰੀਰ ਦੇ ਉੱਪਰ ਦਿੱਲੀ ਦੇ ਦੁੱਖ ਲੈ ਕੇ ਇਸ ਸੰਸਾਰ ਨੂੰ ਅਰੋਗਤਾ ਦੀ ਦਾਤ ਬਖਸ਼ਿਸ਼ ਕਰਦੇ ਹੋਏ ਪਾਤਸ਼ਾਹ ਪੌਣੇ 8 ਸਾਲ ਦੀ ਨਿੱਕੀ ਜਿਹੀ ਉਮਰ 'ਚ ਬਹੁਤ ਵੱਡੇ ਪੂਰਨੇ ਪਾ ਕੇ, ਵੱਡੇ ਕਰਮ ਕਰਕੇ, ਵੱਡੀਆਂ ਸਿੱਖਿਆਵਾਂ ਦੇ ਕੇ ਸਤਿਗੁਰੂ ਜੀ ਦਿੱਲੀ ਦੇ ਵਿੱਚ ਹੀ ਜੋਤੀ ਜੋਤ ਸਮਾ ਜਾਂਦੇ ਹਨ। ਪੌਣੇ 8 ਸਾਲ ਦੀ ਉਮਰ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਕ ਆਖਰੀ ਵੱਡੀ ਪ੍ਰੀਖਿਆ ਸਿੱਖ ਕੌਮ ਨੂੰ ਜੋ ਪਾ ਕੇ ਗਏ ਸਨ, ਉਹ ਸੀ 9ਵੇਂ ਸਤਿਗੁਰੂ ਜੀ ਵੱਲ ਇਸ਼ਾਰਾ। ਸਿੱਖਾਂ ਨੇ ਪੁੱਛਿਆ, ਪਾਤਸ਼ਾਹ ਹੁਣ ਸਾਨੂੰ ਕਿਹਦੇ ਲੜਲਾ ਚੱਲੇ ਹੋ? ਮਹਾਰਾਜ ਨੇ ਬਚਨ ਕੀਤਾ ਸੀ, ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਕਲ ਸੰਭਾਲੇ। ਆਮ ਅਸੀਂ ਸ਼ਬਦ ਪੜ੍ਹਦੇ ਹਾਂ ਬਾਬਾ ਬਕਾਲੇ, ਭਾਵ ਸਾਡੇ ਬਜ਼ੁਰਗ, ਭਾਵ ਗੁਰਦਿੱਤਾ ਜੀ ਦੇ ਭਰਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਦੀ ਥਾਂ ਤੇ ਹਨ। ਇੱਕੋ ਵਾਰ ਪ੍ਰੀਖਿਆ ਪਈ ਹੈ 10 ਪਾਤਸ਼ਾਹਾਂ ਵਿੱਚ, ਉਹ ਵੀ ਨਿੱਕੇ ਪਾਤਸ਼ਾਹ ਨੇ ਵੱਡੀ ਪ੍ਰੀਖਿਆ ਪਾ ਦਿੱਤੀ ਤੇ ਉਸ ਪ੍ਰੀਖਿਆ ਨੂੰ ਹੱਲ ਕਰਨ ਲਈ ਸਾਨੂੰ 1 ਸਾਲ ਦਾ ਸਮਾਂ ਲੱਗਾ। ਅਗਲੇ ਸਾਲ ਇਨ੍ਹਾਂ ਹੀ ਦਿਨਾਂ ਵਿੱਚ ਜਾ ਕੇ ਫਿਰ ਭਾਈ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਚਨਾਂ ਨੂੰ ਸਹੀ ਸਾਬਤ ਕਰਦਿਆਂ, ਉਹਨਾਂ ਬਚਨਾਂ ਨੂੰ ਹੱਲ ਕਰਦਿਆਂ ਉਹ ਪਰਚਾ ਹੱਲ ਕੀਤਾ। ਭਾਵ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬੇ ਬਕਾਲੇ ਦੀ ਧਰਤੀ ਤੋਂ ਗੁਰੂ ਲਾਧੋਰੇ ਦਾ ਹੋਕਾ ਦੇ ਕੇ ਪ੍ਰਗਟ ਕੀਤਾ। 8ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਬਾਬਾ ਦਸ਼ਮੇਸ਼ ਪਿਤਾ ਕਹਿੰਦੇ ਹਨ, ਸ੍ਰੀ ਹਰਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਐਸੇ ਦੀਨ ਦਿਆਲ ਪਾਤਸ਼ਾਹ ਦਾ ਅੱਜ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਭਨਾਂ ਨੂੰ ਖੁਸ਼ੀਆਂ ਖੇੜੇ, ਨਾਮਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ, ਦੇ ਅਰੋਗਤਾ, ਸਿਹਤ ਜਾਬੀ ਦੀ ਦਾਤ ਬਖਸ਼ਣ। ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ, ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੂੰ ਆਪਣੇ ਹਿਰਦੇ 'ਚ ਵਸਾਈਏ, ਤਾਂ ਕਿ ਸਾਡੀ ਜ਼ਿੰਦਗੀ ਵਿੱਚ ਵੀ ਗੁਰੂ ਦੀ ਬਾਣੀ ਦਾ, ਗੁਰੂ ਦੇ ਸ਼ਬਦ ਦਾ, ਗੁਰੂ ਜੀ ਦੀ ਕਿਸੇ ਰਹਿਮਤ ਦਾ ਪ੍ਰਕਾਸ਼ ਹੋ ਜਾਏ, ਚਾਨਣ ਹੋ ਜਾਏ, ਸਾਡੀ ਜ਼ਿੰਦਗੀ ਦਾ ਹਨੇਰਾ ਦੂਰ ਹੋ ਜਾਏ ਤੇ ਸਾਡਾ ਜੀਵਨ ਸਫਲ ਹੋ ਜਾਏ। ਫਿਰ ਤੋਂ ਸਭਨਾਂ ਨੂੰ ਹੀ ਬੇਅੰਤ ਵਧਾਈਆਂ। ਗੁਰ ਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਸਭਨਾਂ ਦਾ ਧੰਨਵਾਦ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।